Hello students and welcome again to my channel. So students, today we are going to start a new unit, that is kinematics, and the first chapter of this unit is motion in a straight line. So first of all, introduction, that is what is kinematics. So kinematics ਕੀ ਹੈਗੀ ਆ ਆਪਣੇ ਕੋ, ਇਹਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਜਾਣਨਾ ਜ਼ਰੂਰੀ ਆ ਮਕੈਨਿਕਸ ਕੀ ਆ। Mechanics, that is the branch of physics which deals with the study of material objects which are in the state of rest or of motion. ਜਿਹੜੇ object motion ਜਾਂ rest ਵਿੱਚ ਹੈਗੇ ਆ, ਇਹੋ ਜਿਹੇ objects ਦੀ ਜਿਹੜੀ study ਆ ਉਹਨਾਂ ਨਾਲ ਜਿਹੜੀ ਫਿਜ਼ਿਕਸ ਦੀ ਬ੍ਰਾਂਚ ਡੀਲ ਕਰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ, ਮਕੈਨਿਕਸ ਕਹਿੰਦੇ ਆ। ਠੀਕ ਹੈ, ਸੋ ਇਹਦੇ ਵਿੱਚ ਜਿਹੜੇ ਆਬਜੈਕਟਸ ਰੈਸਟ ਔਰ ਮੋਸ਼ਨ ਦੇ ਵਿੱਚ ਹੋਣਗੇ ਉਹਨਾਂ ਦੇ ਨਾਲ ਜਿਹੜੀ ਸਟੱਡੀ ਡੀਲ ਕਰਦੀ ਆ, ਸੋ ਉਸ ਬ੍ਰਾਂਚ ਆਫ ਫਿਜ਼ਿਕਸ ਨੂੰ ਆਪਾਂ ਕੀ ਕਹਿੰਦੇ ਆ, ਮਕੈਨਿਕਸ ਕਹਿੰਦੇ ਆ। ਸੋ ਮਕੈਨਿਕਸ ਦੇ ਵਿੱਚ ਆਪਣੇ ਕੋਲ ਦੋ ਪਾਰਟ ਆ ਜਾਂਦੇ ਆ। ਸੋ ਮਕੈਨਿਕਸ ਕੈਨ ਬੀ ਕਲਾਸੀਫਾਈਡ ਇਨਟੂ ਟੂ ਪਾਰਟਸ। ਦੋ ਪਾਰਟਸ ਕਿਹੜੇ ਆ? ਇੱਕ ਆਪਣੇ ਕੋ ਪਾਰਟ ਜਿਹੜਾ ਕੀ ਆ ਸਟੈਟਿਕਸ। ਫਸਟ ਵਨ ਇਜ਼ ਸਟੈਟਿਕਸ। ਸਟੈਟਿਕਸ ਕੀ ਹੁੰਦਾ? ਸਟੈਟਿਕਸ ਜਿਹੜੀ ਆ that is the branch of mechanics which deals with the object which are in the state of rest। ਜਿਹੜੇ ਰੈਸਟ ਦੀ ਸਟੇਟ ਦੇ ਵਿੱਚ ਹੁੰਦੇ ਆ ਆਬਜੈਕਟਸ, ਉਹਨਾਂ ਦੇ ਨਾਲ ਮਕੈਨਿਕਸ ਦੀ ਜਿਹੜੀ ਬ੍ਰਾਂਚ ਡੀਲ ਕਰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ, ਸਟੈਟਿਕਸ ਕਹਿ ਦਿੰਦੇ ਆ। ਠੀਕ ਹੈ ਸਟੂਡੈਂਟ, ਸਟੈਟਿਕ ਜਿਹੜਾ ਲਫ਼ਜ਼ ਸਟੈਟਿਕ ਦਾ ਮਤਲਬ ਹੀ ਜਿਹੜਾ ਆ ਰੈਸਟ। ਠੀਕ ਹੈ, ਸੋ ਰੈਸਟ ਦੇ ਵਿੱਚ ਜਿਹੜੇ ਆਬਜੈਕਟ ਹੁੰਦੇ ਆ ਉਹਨਾਂ ਦੇ ਨਾਲ ਜਿਹੜੀ ਮਕੈਨਿਕਸ ਦੀ ਬ੍ਰਾਂਚ ਡੀਲ ਕਰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ, ਸਟੈਟਿਕਸ ਕਹਿੰਦੇ ਆ। ਠੀਕ ਹੈ, ਦੂਸਰਾ ਜਿਹੜਾ ਕੀ ਆ, ਡਾਇਨਾਮਿਕਸ। ਡਾਇਨਾਮਿਕਸ, ਠੀਕ ਹੈ, ਤਾਂ ਸਟੈਟਿਕਸ ਦਾ ਮਤਲਬ ਸੀ ਰੈਸਟ ਦੀ ਸਟੇਟ ਵਿੱਚ, ਡਾਇਨਾਮਿਕ ਦਾ ਮਤਲਬ ਮੋਸ਼ਨ ਦੇ ਵਿੱਚ। ਠੀਕ ਹੈ, ਸੋ ਜਿਹੜੀ ਬ੍ਰਾਂਚ ਮਕੈਨਿਕਸ ਦੀ ਡੀਲ ਕਰਦੀ ਆ ਉਹਨਾਂ ਆਬਜੈਕਟਸ ਦੇ ਨਾਲ ਜਿਹੜੇ ਮੋਸ਼ਨ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਡਾਇਨਾਮਿਕਸ ਕਹਿੰਦੇ ਆ। ਠੀਕ ਹੈ ਸਟੂਡੈਂਟਸ, ਸਮਝ ਲੱਗ ਗਈ? ਸੋ ਇੱਕ ਟਰਮ ਹੋਰ ਜਿਹੜੀ ਆ ਜਿਹਦੇ ਆਪਾਂ ਨਾਂ ਰੱਖਿਆ ਇਸ ਯੂਨਿਟ ਦਾ, ਉੱਪਰਲੇ ਪਾਸੇ ਆਪਾਂ ਲਿਖਿਆ ਕਾਈਨੈਮੈਟਿਕਸ। ਕਾਈਨੈਮੈਟਿਕਸ ਜਿਹੜੀ ਕੀ ਆ ਡਾਇਨਾਮਿਕਸ ਦੇ ਨਾਲੋਂ ਥੋੜੀ ਜੀ ਵੱਖਰੀ ਆ। ਠੀਕ ਹੈ, ਸੋ ਕਾਈਨੈਮੈਟਿਕਸ ਤੇ ਡਾਇਨਾਮਿਕਸ ਦੇ ਵਿੱਚ ਥੋੜਾ ਜਿਹਾ ਅੰਤਰ ਇਹ ਆ ਵੀ ਡਾਇਨਾਮਿਕਸ ਦੇ ਵਿੱਚ ਅਸੀਂ ਸਟੱਡੀ ਕਰਦੇ ਆ ਆਬਜੈਕਟ ਜਿਹੜੇ ਮੋਸ਼ਨ ਦੇ ਵਿੱਚ ਹੁੰਦੇ ਆ। ਸੋ ਕਾਈਨੈਮੈਟਿਕਸ ਦੇ ਵਿੱਚ ਵੀ ਉਹਨਾਂ ਆਬਜੈਕਟਸ ਬਾਰੇ ਜਿਹੜਾ ਸਟੱਡੀ ਕਰੀਦਾ ਆ ਜਿਹੜੇ ਮੋਸ਼ਨ ਦੇ ਵਿੱਚ ਹੁੰਦੇ ਆ। ਠੀਕ ਹੈ, ਸੋ ਇਹ ਜਿਹੜੀ ਆ ਸਿਮਿਲੈਰਿਟੀ ਆ ਗਈ ਵੀ ਦੋਨਾਂ ਦੇ ਵਿੱਚ ਜਿਹੜਾ ਆਪਾਂ ਉਹਨਾਂ ਆਬਜੈਕਟਸ ਦੇ ਬਾਰੇ ਸਟੱਡੀ ਕਰਦੇ ਆ ਜਿਹੜੇ ਮੋਸ਼ਨ ਦੇ ਵਿੱਚ ਹੁੰਦੇ ਆ। ਠੀਕ ਹੈ, ਪਰ ਕਾਈਨੈਮੈਟਿਕਸ ਦੇ ਵਿੱਚ ਆਪਾਂ ਕਾਜ਼ ਆਫ ਮੋਸ਼ਨ ਨੂੰ ਜਿਹੜੇ ਸਟੱਡੀ ਨਹੀਂ ਕਰਦੇ। ਠੀਕ ਹੈ, ਸੋ ਕਾਜ਼ ਆਫ ਮੋਸ਼ਨ ਇਜ਼ not being taken into account। taken into account। ਸੋ ਇਹ ਜਿਹੜਾ ਕੀ ਆ ਆਪਾਂ ਇਹਨੂੰ ਵਿੱਚ ਜਿਹੜਾ ਅਜ਼ਿਊਮ ਨਹੀਂ ਕਰਦੇ ਵੀ ਕਾਹਦੇ ਕਰਕੇ ਉਹ ਆਬਜੈਕਟ ਜਿਹੜਾ ਮੋਸ਼ਨ ਦੇ ਵਿੱਚ ਆਇਆ ਆ। ਠੀਕ ਹੈ, ਕਾਈਨੈਮੈਟਿਕਸ ਦੇ ਵਿੱਚ। ਪਰ ਡਾਇਨਾਮਿਕਸ ਦੇ ਵਿੱਚ ਆਪਾਂ ਕਾਜ਼ ਆਫ ਮੋਸ਼ਨ ਜਿਹੜਾ ਆ, ਕਾਜ਼ ਆਫ ਮੋਸ਼ਨ ਇਜ਼ ਟੇਕਨ ਇਨਟੂ ਅਕਾਊਂਟ। ਠੀਕ ਹੈ, ਉਹਦੇ ਵਿੱਚ ਆਪਾਂ ਇਹ ਵੀ ਨਾਲ ਡਿਸਕਸ ਕਰੀਦਾ ਆ ਵੀ ਕਿਹੜੇ ਕਾਰਨਾਂ ਕਰਕੇ ਆਬਜੈਕਟ ਜਿਹੜਾ ਮੋਸ਼ਨ ਦੇ ਵਿੱਚ ਆਇਆ ਆ ਉਹ ਵੀ ਜਿਹੜੇ ਆਪਾਂ ਸਟੱਡੀ ਕਰੀਦੇ ਆ ਡਾਇਨਾਮਿਕਸ ਦੇ ਵਿੱਚ। ਠੀਕ ਹੈ, ਸੋ ਕਾਈਨੈਮੈਟਿਕਸ ਦੇ ਵਿੱਚ ਮੋਸ਼ਨ ਦੇ ਕਾਰਨਾਂ ਬਾਰੇ ਆਪਾਂ ਸਟੱਡੀ ਨਹੀਂ ਕਰਦੇ। ਠੀਕ ਹੈ, ਸਿਰਫ ਮੋਸ਼ਨ ਦੇ ਬਾਰੇ ਜਿਹੜਾ ਸਟੱਡੀ ਕਰੀਦਾ ਆ। ਠੀਕ ਹੈ, ਜਦ ਕਿ ਡਾਇਨਾਮਿਕਸ ਦੇ ਵਿੱਚ ਮੋਸ਼ਨ ਦੇ ਬਾਰੇ ਸਟੱਡੀ ਤੇ ਕਰਦੇ ਹੀ ਕਰਦੇ ਆ, ਨਾਲ ਕਾਹਦੇ ਕਰਕੇ ਉਹ ਮੋਸ਼ਨ ਦੇ ਵਿੱਚ ਆਈ ਆ ਉਹਦੇ ਬਾਰੇ ਵੀ ਜਿਹੜਾ ਸਟੱਡੀ ਕਰਦੇ ਆ। ਠੀਕ ਹੈ, ਸੋ ਸਟੂਡੈਂਟਸ ਆਪਣੇ ਕੋਲ ਯੂਨਿਟ ਜਿਹੜਾ ਆ ਉਹ ਕਾਈਨੈਮੈਟਿਕਸ ਦੇ ਰਿਗਾਰਡਿੰਗ ਆ। ਸੋ ਇਸ ਯੂਨਿਟ ਦੇ ਵਿੱਚ ਅਸੀਂ ਸਿਰਫ ਆਪਾਂ ਆਬਜੈਕਟ ਦੀ ਮੋਸ਼ਨ ਦੇ ਬਾਰੇ ਹੀ ਸਟੱਡੀ ਕਰਾਂਗੇ, ਕਿਸ ਕਰਕੇ ਮੋਸ਼ਨ ਦੇ ਵਿੱਚ ਆਈ ਆ ਬੋਡੀ ਜਿਹੜੀ, ਉਹਨੂੰ ਆਪਾਂ ਸਟੱਡੀ ਨਹੀਂ ਕਰਾਂਗੇ। ਕਾਜ਼ ਆਫ ਮੋਸ਼ਨ ਜਿਹੜੀ ਉਹ ਸਟੱਡੀ ਨਹੀਂ ਕਰਾਂਗੇ। ਠੀਕ ਹੈ,
सो ये आपां जिहड़ा की आ अगे नैक्सट जिहड़े की यूनिट आउणगे अपने को फोर्स दा यूनिट आऊगा उहदे विच आपां जिहड़ा ये डिस्कस करांगे कॉज ऑफ मोशन। ठीक है, उत्थों डायनामिक्स जिहड़ी आ स्टार्ट होनी है। ठीक है, सो अगे जिहड़ा अपने को नैक्सट हैडिंग जिहड़ा ऑब्जेक्ट इन मोशन, ऑब्जेक्ट इन मोशन। हुण कोई भी ऑब्जेक्ट, नैक्सट अपने को टॉपिक हैगा रेस्ट एंड मोशन। सो कोई भी बॉडी जिहड़ी आ जां ते रेस्ट दी स्टेट विच हो सकदी आ जां कि मोशन दी स्टेट दे विच हो सकदी आ। ठीक है, सो दो स्टेट्स जिहड़ियां किसी भी बॉडी दियां हो सकदियां आ। ठीक है, उन्हां विचों कोई एक जिहड़ी है स्टूडेंट्स, नैक्सट अपने को टॉपिक हैगा रेस्ट एंड मोशन। सो कोई भी बॉडी जिहड़ी आ इन्हां दोनों स्टेट्स दे विचों किसी एक स्टेट दे विच हो सकदी आ। ठीक है, तो स्टेट्स जिहड़ियां की अपने को दो तरह दियां आ गईयां, एक रेस्ट दी स्टेट ते एक मोशन दी स्टेट। सो बॉडी जिहड़ा की अपने को रेस्ट दी स्टेट विच कदों हुंदी आ, जे अपने को बॉडी अपनी पोजीशन चेंज नहीं करती विद रिस्पैक्ट टू सराउंडिंग दे विद द पैसेज ऑफ टाइम। फिर आपां कहने आ भी बॉडी जां ऑब्जेक्ट जिहड़ा आ वो रेस्ट दी स्टेट दे विच आ। ठीक है, जे सपोज कर लो भी साडा आला दुआला उहो ही रहिंदा आ, सो टाइम बीती जा रहा आ, आपां देख रहे हैं भी 3 वजे दे तकरीबन साडे आले दुआले जिहड़ियां उहो ही चीज़ां नज़र आउण डईयां आ। थोड़ा चिर ठहर के असीं फिर वेखदे आ, 10 मिनट ठहर के फिर असीं देखदे आ, सानूं फिर उही चीज़ां जिहड़ियां दिखाई दे रहीआं साडे आले दुआले। इट मीनस असीं रेस्ट दी स्टेट दे विच हैगे आ। ठीक है, साडी सराउंडिंग जिहड़ी आ उहो ही रहण डई आ, वो चेंज नहीं हो रही टाइम दे नाल। इस करके आपां कहने आ भी वो जिहड़ा की आ ऑब्जेक्ट की होऊगा, रेस्ट दी स्टेट दे विच होऊगा। ठीक है स्टूडेंट्स, फॉर एग्जाम्पल ए बुक लाइंग ऑन द टेबल, कोई किताब जिहड़ी की आ वो टेबल दे उत्ते जिहड़ी पई आ। ठीक है, वो अपने को एग्जाम्पल कादी आ गई, रेस्ट दी स्टेट दी। ठीक है, सो बुक दी स्टेट केड़ी आ गई, वो रेस्ट दी स्टेट। ठीक, सो दूसरी अपने को टर्म जिहड़ी आ वो मोशन। मोशन की हुंदी है, किसी भी ऑब्जेक्ट नूं आपां मोशन दे विच तां ही कह सकदे हां कि जे वो अपनी पोजीशन चेंज करदा विद रिस्पैक्ट टू सराउंडिंग दे विद द पैसेज ऑफ टाइम। सो टाइम दे पास होण दे नाल नाल जे अपने को ऑब्जेक्ट दी पोजीशन दे विच ओहदी सराउंडिंग दे हिसाब नाल चेंज आउंदे आ ते फिर आपां कहने आ कि ऑब्जेक्ट कादी स्टेट दे विच आ, मोशन दी स्टेट दे विच आ। ठीक है स्टूडेंट्स, फॉर एग्जाम्पल ए कार रनिंग ऑन द रोड। ठीक है, कार जिहड़ी की आ वो रोड दे उत्ते जिहड़ी जा रही आ। ठीक, सो इहदा मतलब ये की होगी, केड़ी स्टेट विच होगी, मोशन दी स्टेट दे विच होगी। ठीक है स्टूडेंट्स, ए बर्ड फ्लाइंग इन द स्काई और एरोप्लेन फ्लाइंग इन द स्काई। ठीक है, तो ये सारियां एग्जाम्पल्स कादियां आ गईयां, मोशन दियां एग्जाम्पल्स आ जांदियां। ठीक है, सो ये दोवें जिहड़ियां चीज़ां आ रेस्ट ते मोशन जिहड़ियां ये ऑब्जर्वर दे हिसाब दे नाल चलदियां आ। ठीक है, ऑब्जर्वर कौन हुंदा आ, जिहड़ा चीज़ां नूं ऑब्जर्व करदा आ। ठीक है, हुण देखो एक ट्रेन दे विच बहुत सारे जिहड़े आ वो पैसेंजर बैठे हुंदे आ। ठीक है, जो अंदर ही एक दूजे नूं वेखण ते वो जिहड़ियां अपणियां अपणियां सीटां दे उत्ते बैठे हुंदे आ ते उन्हां नूं इंज महसूस हुंदा आ कि वो रेस्ट दी स्टेट दे विच आ। ठीक है, सो वो की है हो गए आपस विच ही एक दूजे दे ऑब्जर्वर हो गए, वो आपस विच एक दूजे नूं देख रहे आ ते सारे समझ रहे आ कि असीं की आ, रेस्ट दी स्टेट विच आ। ठीक है, पर जे कोई बाहर बंदा कोई उन्हां नूं वेखदा आ, ठीक है, भी रेल गड्डी दे अंदर बंदे बैठे होए आ। ठीक है, ते ਉਹਨੂੰ ਕੀ ਫਿਰ महसूस होगा, ਉਹਨੂੰ ਇਹ लगूगा कि रेल गड्डी ਜਿਹੜੀ ਆ ਉਹ ਜਾ ਰਹੀ ਆ ਪਟੜੀ ਦੇ ਉੱਤੇ। ਠੀਕ ਹੈ, ਮੋਸ਼ਨ ਦੇ ਵਿੱਚ ਆ। ਇਟ ਮੀਨਸ ਇਹਦੇ ਵਿੱਚ ਜਿੰਨੇ ਵੀ ਬੰਦੇ ਜਿਹੜੇ ਬੈਠੇ ਆ ਜਾਂ ਪੈਸੰਜਰ ਜਿਹੜੇ ਬੈਠੇ ਆ, ਜਿਹੜੇ ਆਪਣੇ ਆਪ ਨੂੰ ਸਮਝ ਰਹੇ ਆ ਕਿ ਅਸੀਂ ਰੈਸਟ ਦੀ ਸਟੇਟ ਵਿੱਚ ਆ, ਐਕਚੁਅਲੀ ਉਹ ਕਿਹੜੀ ਸਟੇਟ ਦੇ ਵਿੱਚ ਆ, ਮੋਸ਼ਨ ਦੀ ਸਟੇਟ ਦੇ ਵਿੱਚ। ਠੀਕ ਹੈ, ਸੋ ਇਹ ਮਤਲਬ ਕਿ ਰਿਲੇਟਿਵ ਟਰਮਸ ਇਹ ਆ ਗਈਆਂ ਵੀ ਇੱਕ ਪਾਸੇ ऑब्जर्वर ਦੇ ਹਿਸਾਬ ਦੇ ਨਾਲ ਆ ਵੀ ਉਹ ਆਪਣੇ ਆਪ ਨੂੰ ਰੈਸਟ ਦੀ ਸਟੇਟ ਵਿੱਚ ਸਮਝਣ ਡਿਆ, ਸੋ ਦੂਜੇ ਪਾਸੇ ਜਿਹੜਾ ਕੀ ਆ ਦੂਸਰਾ ऑब्जर्वर ਉਹਨਾਂ ਨੂੰ
मोशन की स्टेट दे विच समझ रहा है। ठीक है स्टूडेंट्स, हुण आपां पृथ्वी के उत्ते जिहड़ा अपने घर जिहड़े आ साडी रैस्ट की स्टेट दे विच आ, पर जे पृथ्वी साडी जिहड़ी आ रिवोल्व करदी पई आ अपनी एक्सिस दे अबाउट जां जिहड़ी सूरज दे दुआले जिहड़ी आ घूम रही आ, इट मीनस साडे हाउस जिहड़े की आ साडे घर जिहड़े की आ वो मूव करदे पए आ, वो की हो गए मोशन दे विच आ। ठीक है, असीं समझ रहे हां कि साडे घर जिहड़े वो रैस्ट दी स्टेट विच आ, पर कोई ऑब्जर्वर जिहड़ा वो पृथ्वी तो बाहर जाके देखदा आ भी पृथ्वी जिहड़ी आ वो ते घूम रही आ, इहदा मतलब इहदे उत्ते जिहड़े हाउस आ वो भी जिहड़े की आ घूम रहे आ। ठीक है, ते इहदा मतलब हाउस जिहड़े आ वो मोशन दी स्टेट दे विच आ गए। ठीक, सो ये ऑब्जर्वर दे हिसाब दे नाल आ भी आपां जिहड़ा उहनां नूं किहड़े एंगल तो वेखदे आ। ठीक है, ਉਹਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਨੂੰ ਜਜਮੈਂਟ ਕਰਦੇ ਹਾਂ ਵੀ ਉਹ ਰੈਸਟ ਦੀ ਸਟੇਟ ਵਿੱਚ ਆ ਕਿ ਮੋਸ਼ਨ ਦੀ ਸਟੇਟ ਵਿੱਚ ਆ। ਠੀਕ ਹੈ, ਸੋ ਇਹ ਆਬਜ਼ਰਵਰ ਤੈਅ ਕਰਦਾ ਆ ਵੀ ਉਹ ਕਿਹੜੀ ਸਟੇਟ ਦੇ ਵਿੱਚ ਆਬਜੈਕਟ ਹੈਗੇ ਆ, ਰੈਸਟ ਦੀ ਸਟੇਟ ਵਿੱਚ ਆ ਕਿ ਮੋਸ਼ਨ ਦੀ ਸਟੇਟ ਵਿੱਚ ਆ। ਠੀਕ ਹੈ ਸਟੂਡੈਂਟਸ, ਸੋ ਨੈਕਸਟ ਆਪਣੇ ਕੋ ਹੈਡਿੰਗ ਪਾਓ ਦ ਕਨਸੈਪਟ ਆਫ ਏ ਪੁਆਇੰਟ ਆਬਜੈਕਟ। ਦ ਕਨਸੈਪਟ ਆਫ ਏ ਪੁਆਇੰਟ ਆਬਜੈਕਟ। ਪੁਆਇੰਟ ਆਬਜੈਕਟ ਕੀ ਹੁੰਦਾ? ਹੁਣ ਵੇਖੋ ਪੁਆਇੰਟ ਕੀ ਆਪਾਂ ਕਹਿੰਦੇ, ਕੋਈ ਕਿਤੇ ਪੈਨ ਦੇ ਨਾਲ ਇੱਕ ਕਾਗਜ਼ ਦੇ ਉੱਤੇ ਬਿੰਦੂ ਲਗਾ ਦਈਏ ਕੋਈ ਪੁਆਇੰਟ, ਸੋ ਇਹ ਪੁਆਇੰਟ ਕੀ ਹੋਇਆ ਆਪਣੇ ਕੋ, ਪੁਆਇੰਟ ਦੀ ਲੈਂਥ ਬ੍ਰੈਥ ਜਿਹੜੀ ਕੀ ਆ ਬਹੁਤ ਛੋਟੀ ਆ। ਠੀਕ ਹੈ, ਜਿਹਦੀਆਂ ਇਹਦਾ ਮਤਲਬ ਆਬਜੈਕਟ ਪੁਆਇੰਟ ਆਬਜੈਕਟ ਫਿਰ ਕੀ ਹੋ ਗਿਆ? ਸੋ ਪੁਆਇੰਟ ਆਬਜੈਕਟ ਉਹ ਆਬਜੈਕਟ ਆ ਜਿਹਦੀਆਂ ਡਾਇਮੈਂਸ਼ਨਸ ਬਹੁਤ ਹੀ ਛੋਟੀਆਂ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਕਹਿ ਦਿੱਤਾ ਨੈਗਲੀਜੀਬਲ। ਸੋ ਜਿਹਦੀਆਂ ਡਾਇਮੈਂਸ਼ਨਸ ਜਿਹੜੀਆਂ ਆ ਉਹ ਸਰਾਊਂਡਿੰਗ ਦੇ ਕੰਪੈਰੀਟਿਵਲੀ ਬਹੁਤ ਛੋਟੀਆਂ ਹੁੰਦੀਆਂ ਆ, ਉਸ ਆਬਜੈਕਟ ਨੂੰ ਕੀ ਕਹਿ ਦਿੰਦੇ ਆ ਆਪਾਂ? ਪੁਆਇੰਟ ਆਬਜੈਕਟ ਕਹਿ ਦਿੰਦੇ ਆ। ਠੀਕ ਹੈ ਸਟੂਡੈਂਟਸ, ਸੋ ਫॉर ਐਗਜ਼ਾਮਪਲ ਆਪਣੇ ਕੋ ਜੇ ਆਪਾਂ ਕਹਿ ਦਈਏ ਵੀ ਐਨ ਐਰੋਪਲੇਨ ਫਲਾਈਂਗ ਇਨ ਦਾ ਸਕਾਈ, ਐਰੋਪਲੇਨ ਫਲਾਈਂਗ ਇਨ ਦਾ ਸਕਾਈ। ਠੀਕ ਹੈ, ਹੁਣ ਦੇਖੋ ਜਿਹੜਾ ਐਰੋਪਲੇਨ ਆ ਉਹ ਤਾਂ ਕੋਈ ਆਪਣੇ ਕੋ ਪੁਆਇੰਟ ਆਬਜੈਕਟ ਨਹੀਂ ਨਾ ਕੰਸੀਡਰ ਕੀਤਾ ਜਾ ਸਕਦਾ, ਪਰ ਹੁਣ ਜਿਹੜਾ ਆਪਣੇ ਕੋ ਐਰੋਪਲੇਨ ਆ ਸਕਾਈ ਦੇ ਹਿਸਾਬ ਦੇ ਨਾਲ ਜੇ ਉਹਨੂੰ ਦੇਖੀਏ ਵੀ ਅਸਮਾਨ ਐਡਾ ਵੱਡਾ ਆ, ਸੋ ਅਸਮਾਨ ਦੇ ਹਿਸਾਬ ਦੇ ਨਾਲ ਉਹਦੀਆਂ ਡਾਇਮੈਂਸ਼ਨਸ ਦੇ ਹਿਸਾਬ ਦੇ ਨਾਲ ਐਰੋਪਲੇਨ ਦੀਆਂ ਡਾਇਮੈਂਸ਼ਨਸ ਜਿਹੜੀਆਂ ਕੀ ਆ ਬਹੁਤ ਛੋਟੀਆਂ ਆ। ਠੀਕ ਹੈ, ਇਸ ਕਰਕੇ ਆਪਾਂ ਕਹਿ ਦਿੰਦੇ ਆ ਵੀ ਐਰੋਪਲੇਨ ਜਿਹੜਾ ਕੀ ਆ ਉਹਨੂੰ ਆਪਾਂ ਕੰਸੀਡਰ ਕਰ ਸਕਦੇ ਆ ਪੁਆਇੰਟ ਆਬਜੈਕਟ ਐਜ਼ ਕੰਪੇਅਰ ਟੂ ਸਕਾਈ ਦੇ। ਠੀਕ ਹੈ, ਸੋ ਸਰਾਊਂਡਿੰਗ ਉਹਦੀ ਕਿਹੜੀ ਆ ਗਈ? ਸਕਾਈ ਆ ਗਈ ਸਰਾਊਂਡਿੰਗ। ਠੀਕ ਹੈ, ਐਰੋਪਲੇਨ ਦੀ, ਇਸ ਕਰਕੇ ਐਰੋਪਲੇਨ ਕੀ ਹੋ ਗਿਆ? ਪੁਆਇੰਟ ਆਬਜੈਕਟ ਹੋ ਗਿਆ। ਠੀਕ ਹੈ, ਸੋ ਦੂਸਰੀ ਐਗਜ਼ਾਮਪਲ ਆਪਣੇ ਕੋ ਇਹ ਕਾਰ ਰਨਿੰਗ ਔਨ ਜੀਟੀ ਰੋਡ। ਜੀਟੀ ਰੋਡ ਦੇ ਉੱਤੇ ਜਿਹੜੀ ਆ ਕਾਰ ਜਿਹੜੀ ਆ ਉਹ ਭੱਜ ਰਹੀ ਆ। ਠੀਕ ਹੈ, ਸੋ ਕਾਰ ਦੀਆਂ ਵੀ ਡਾਇਮੈਂਸ਼ਨਸ ਜਿਹੜੀਆਂ ਜੀਟੀ ਰੋਡ ਦੇ ਕੰਪੈਰੀਟਿਵਲੀ ਦੇਖੋ, ਉਹ ਜੀਟੀ ਰੋਡ ਕਿੰਨੀ ਵੱਡੀ ਆ, ਤੋਂ ਜਿਹੜਾ ਆਪਣੇ ਕੋ ਅੰਮ੍ਰਿਤਸਰ ਤੋਂ ਸਟਾਰਟ ਹੋ ਕੇ ਦਿੱਲੀ ਤੱਕ ਜਿਹੜੀ ਆ ਜੀਟੀ ਰੋਡ ਜਾਂਦੀ ਆ। ਠੀਕ ਹੈ, ਸੋ ਉਹਦੇ ਕੰਪੈਰੀਟਿਵਲੀ ਕਾਰ ਦੀਆਂ ਡਾਇਮੈਂਸ਼ਨਸ ਕੀ ਹੋ ਗਈਆਂ? ਬਹੁਤ ਛੋਟੀਆਂ ਹੋ ਗਈਆਂ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਕਾਰ ਜਿਹੜਾ ਕੀ ਹੋ ਗਿਆ ਆਪਣੇ ਕੋ ਪੁਆਇੰਟ ਆਬਜੈਕਟ ਹੋ ਗਿਆ। ਸੋ ਆਪਾਂ ਉਹਦੀ ਸਰਾਊਂਡਿੰਗ ਦੇ ਹਿਸਾਬ ਦੇ ਨਾਲ ਵੇਖਣਾ ਆ ਵੀ ਆਬਜੈਕਟ ਜਿਹੜਾ ਉਹਦੀਆਂ ਡਾਇਮੈਂਸ਼ਨਸ ਜੇ ਬਹੁਤ ਛੋਟੀਆਂ ਹੋ ਜਾਂਦੀਆਂ ਆ ਤੇ ਫਿਰ ਆਪਾਂ ਕੰਸੀਡਰ ਕਰ ਲਈਦਾ ਆ ਵੀ ਆਬਜੈਕਟ ਕੀ ਹੈਗਾ ਆਪਣੇ ਕੋ? ਪੁਆਇੰਟ ਆਬਜੈਕਟ। ਠੀਕ ਹੈ, ਸੋ ਪੁਆਇੰਟ ਆਬਜੈਕਟ ਜਿਹੜਾ ਕੀ ਆ ਗਿਆ? ਪੁਆਇੰਟ ਆਬਜੈਕਟ is an object whose dimensions are negligible as compared to its surrounding। ठीक है, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਪੁਆਇੰਟ ਆਬਜੈਕਟ। ਠੀਕ, ਕਲੀਅਰ ਹੋ ਗਿਆ ਸਟੂਡੈਂਟਸ? ਨੈਕਸਟ ਆਪਣੇ ਕੋ ਟੌਪਿਕ ਹੈਗਾ ਮੋਸ਼ਨ ਇਨ 1, 2 ਔਰ 3 ਡਾਇਮੈਂਸ਼ਨਸ। ਇਹਨੂੰ ਸਟੱਡੀ ਕਰਨ ਦੇ ਲਈ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਆ ਵੀ ਆਪਣੇ ਕੋ ਫਰੇਮ ਆਫ ਰੈਫਰੈਂਸ ਕੀ ਹੁੰਦਾ ਹੈ। ਫਰੇਮ ਆਫ ਰੈਫਰੈਂਸ, ਔਰ ਇਹਨੂੰ ਆਪਾਂ ਕੋਆਰਡੀਨੇਟ ਫਰੇਮ ਵੀ ਕਹਿੰਦੇ ਆ। ਕੋਆਰਡੀਨੇਟ ਫਰੇਮ। ਸੋ ਇਹ ਕੋਆਰਡੀਨੇਟ ਫਰੇਮ ਕੀ ਹੁੰਦਾ ਆ? ਕਿਸੇ ਵੀ ਆਬਜੈਕਟ ਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਆ 3 ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਦਾ ਜਿਹੜਾ ਸੈੱਟ ਆ ਉਹਨੂੰ ਆਪਾਂ ਕੀ ਕਹਿੰਦੇ ਆ? ਕੋਆਰਡੀਨੇਟ ਫਰੇਮ ਜਾਂ ਫਰੇਮ ਆਫ ਰੈਫਰੈਂਸ। ਠੀਕ ਹੈ, ਸੋ ਸਪੇਸ ਦੇ ਵਿੱਚ ਕਿਸੇ ਆਬਜੈਕਟ ਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨਾ ਹੋਵੇ,
ठीक है। तो आ तीन म्यूचुअली परपेंडिकुलर एक्सिस जिहड़ियां आ वो जदों एक पॉइंट के उत्ते जाके मीट करदियां आ, ठीक है, तो इस सैट नूं आपां जिहड़ा की कह दिंदे आ, दैट सैट रिप्रजेंट द फ्रेम ऑफ रैफरेंस। ठीक, हुण ये तो आपां स्पेस की गल कीती। जे अपने को प्लेन दे विच आपां रिप्रजेंट करना होवे ते फिर उत्थे अपने को दो म्यूचुअली परपेंडिकुलर एक्सिस का जिहड़ा सैट आ वो रिप्रजेंट करदा आ प्लेन। ठीक है, समझ लगी कि नहीं? है वो भी कोआर्डीनेट फ्रेम है पर वो प्लेन दे विच। ठीक है, आ अपने को कोआर्डीनेट फ्रेम आ, ये स्पेस वास्ते आ। ठीक है, समझ लगी कि नहीं? आ प्लेन वास्ते आ ते ये की आ स्पेस वास्ते। ठीक, ਇਹਦੇ ਵਿੱਚ ਆਪਣੇ ਕੋ तीन एक्सिस इन्वॉल्व हो गई स्पेस ਦੇ ਵਿੱਚ। ठीक, ਤੇ प्लेन ਦੇ ਵਿੱਚ ਕਿੰਨੀਆਂ एक्सिस इन्वॉल्व हो गई? 2 एक्सिस ਜਿਹੜੀਆਂ इन्वॉल्व हो गई। ठीक है, समझ लग गई? सो ਇਹਨੂੰ ਆਪਾਂ स्पेस ਦੇ ਵਿੱਚ ਜਿਹੜੀਆਂ ਇਹ ਕੀ ਰਿਪਰੈਜ਼ੈਂਟ ਕਰਦੀਆਂ? तीन डायरेक्शन ਨੂੰ ਰਿਪਰੈਜ਼ੈਂਟ ਕਰਦੀਆਂ ਆ, x y ਤੇ z। ਤੇ प्लेन ਦੇ ਵਿੱਚ ਇਹ दो ਜਿਹੜੀਆਂ डायरेक्शन ਨੂੰ ਰਿਪਰੈਜ਼ੈਂਟ ਕਰਦੀਆਂ, x एक्सिस ਤੇ y एक्सिस। ठीक है स्टूडेंट्स, समझ लग गई? सो ਇਹਦਾ मतलब ਇਹਦੀਆਂ तीन डायमेंशनस हो गई। स्पेस ਦੇ ਵਿੱਚ ਕਿੰਨੀਆਂ डायमेंशनस हो ਜਾਂਦੀਆਂ? तीन डायमेंशनस। ਤੇ प्लेन ਦੇ ਵਿੱਚ ਕਿੰਨੀਆਂ डायमेंशनस हो गई? 2 डायमेंशनस हो गई। ठीक है स्टूडेंट्स, ਤੇ ਜੇ ਕੋਈ ਆਬਜੈਕਟ ਜਿਹੜਾ ਇੱਕੋ ਡਾਇਰੈਕਸ਼ਨ ਦੇ ਵਿੱਚ ਹੀ ਰਹਿੰਦਾ ਆ, ਆਪਣੀ ਪੋਜੀਸ਼ਨ ਜਿਹੜੀ ਆ ਉਹ ਇੱਧਰ ਉੱਧਰ ਜਿਹੜੀ ਡਾਇਰੈਕਸ਼ਨ ਨੂੰ ਚੇਂਜ ਨਹੀਂ ਕਰਦਾ, ਤੇ ਫਿਰ ਆਪਾਂ ਕਹਿੰਦੇ ਆ ਵੀ ਆਬਜੈਕਟ ਜਿਹੜਾ ਕੀ ਆ ਉਹਦੀ वन डायमेंशनल मोशन आ, मोशन इन वन डायमेंशन। ऑब्जेक्ट की आ मोशन इन वन डायमेंशन च। ठीक है स्टूडेंट्स, समझ लग गई इन्नी गल? हुण देखो भी आपां पोजीशन नूं किस तरह रिप्रजेंट करदे आ स्पेस दे विच। सपोज कर लो भी अपने को स्पेस दे विच कोई पॉइंट P आपां कंसीडर कर लैंदे आ। ठीक, हुण P पॉइंट नूं आपां किस तरह दसांगे इस एक्सिस दे हिसाब दे नाल भी ओहदी पोजीशन की हैगी आ। ठीक, सो आ अपने को जिथे तिने एक्सिस मीट कर दियां इनू आपां की कहने आ, ओ पॉइंट इज कॉल्ड ओरिजिन। ठीक, सो इथों पहला आपां की करदे आ, सपोज कर लो भी P तो आपां परपेंडिकुलर ड्रॉप कीता इस एक्स जेड प्लेन दे विच आ गया, नीचे वाला प्लेन दो एक्सिस दा की बन गया? प्लेन बन गया। इस एक्स जेड प्लेन दे विच आ गया, इत्थे परपेंडिकुलर आके ड्रॉप होया इस पॉइंट दे उत्ते। ठीक, सो इस पॉइंट तो फिर आपां बिल्कुल ठीक है परपेंडिकुलर फिर आपां एक्स एक्सिस दे उत्ते ड्रॉप करदे हैं। ठीक, सो वो पॉइंट ओ तो लैके ठीक है ए तक दा जिहड़ा डिस्टेंस आ वो की रिप्रजेंट करूगा? एक्स नूं रिप्रजेंट करदा। ये डिस्टेंस किन्ना? ओरिजिन तो उस पॉइंट तक दा डिस्टेंस किन्ना आ? ए। ਇਹਦਾ मतलब एस P पॉइंट दी एक्स एक्सिस दे अलोंग पोजीशन किन्नी आ? एक्स। ठीक है, ओरिजिन तो ਇਹਦੀ दूरी ਜਿਹੜੀ किन्नी हैगी आ? एक्स आ। ठीक है, ਵੀ एक्स पोजीशन ਦੇ ਉੱਤੇ ਹੈ ਉਹ ਆਬਜੈਕਟ। ਇਸੇ ਤਰ੍ਹਾਂ ਆਪਾਂ ਜਦੋਂ ਇਸ ਪੁਆਇੰਟ ਤੋਂ ਫਿਰ ਜਿਹੜਾ ਆਪਾਂ z एक्सिस ਦੇ ਉੱਤੇ ਪਰਪੈਂਡੀਕੂਲਰ ਡ੍ਰੌਪ ਕਰਦੇ ਆ, ਠੀਕ ਹੈ, ਆ ਪਰਪੈਂਡੀਕੂਲਰ ਡ੍ਰੌਪ ਕੀਤਾ z एक्सिस ਦੇ ਉੱਤੇ B ਪੁਆਇੰਟ ਦੇ ਉੱਤੇ। सो इस B पॉइंट की दूरी जिहड़ी आ ओरिजिन के हिसाब दे नाल ये कितनी आ गई? Z आ गई। ठीक है स्टूडेंट्स, सो ये अपने को की बन गया? एक होर अपने को Z एक्सिस के अलोंग दूरी आ गई, आपां नूं कह दिता Z कह दिता। ठीक है स्टूडेंट्स, समझ लग गई? सो Z एक्सिस वाले पासे P पॉइंट की दूरी कितनी आ गई? Z, स्मॉल z दे नाल रिप्रजेंट कर दिता। ठीक है स्टूडेंट्स, ओके। सो इथों जिहड़ा की आपां ये वेखीए भी हुण वाई एक्सिस वाले पासे जिहड़ी आ वो दूरी किन्नी है, उहनूं देखण दे लई आपां एक बिल्कुल एक्स जेड प्लेन दे पैरेलल एक उपर आपां प्लेन बना लिया। ठीक है, सो ये अपने को प्लेन बन गया उपरले पासे। सो ये परपेंडिकुलर इथों इत्थे ड्रॉप हो गया ए दे उत्ते। सो इत्थे अपने को एक पॉइंट आ गया ए पॉइंट वाई एक्सिस दे उत्ते, ओदी ए पॉइंट दी जिन्नी जिहड़ी ओरिजिन तो दूरी हैगी आ
वो अपने को रिप्रजेंट करूगी पोजीशन जिहड़ी पी पॉइंट दी अलोंग वाई एक्सिस किन्नी आ गई वाई आ गई स्मॉल वाई। सो इहदा मतलब ये जिहड़ियां अपने को पोजीशनस तिन्ना एक्सिस दे अलोंग रिप्रजेंट हो रही आ ਉਹ ਰਿਪਰੈਜ਼ੈਂਟ ਕਰਦੀਆਂ ਕਿਨੂੰ ਕੋਆਰਡੀਨੇਟਸ ਨੂੰ ਉਸ ਪਾਰਟੀਕਲ ਦੀ ਪੋਜੀਸ਼ਨ ਦੇ ਕੋਆਰਡੀਨੇਟਸ ਆ ਗਏ ਉਸ ਪੁਆਇੰਟ ਦੇ ਉੱਤੇ ਔਰ ਉਹ ਕੋਆਰਡੀਨੇਟਸ ਕੀ ਰਿਪਰੈਜ਼ੈਂਟ ਕਰਦੇ ਆ ਉਹਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ ਠੀਕ ਹੈ। ਸੋ ਆਪਾਂ P ਪੁਆਇੰਟ ਤੱਕ ਹੁਣ ਪਹੁੰਚਣਾ ਹੋਵੇ ਤੇ ਕੀ ਕਰਾਂਗੇ ਆਪਾਂ ਪਹਿਲਾਂ ਜਿਹੜਾ origin ਤੋਂ x ਐਕਸਿਸ ਦੇ ਅਲੋਂਗ A ਤੱਕ ਜਿਹੜਾ ਜਾਵਾਂਗੇ ਠੀਕ ਹੈ। ਫਿਰ ਆਪਾਂ ਜਿਹੜਾ ਆਪਣੇ ਕੋ Z एक्सिस ਦੇ अबाउट बिल्कुल पैरेलल Z एक्सिस ਦੇ ਇਧਰਲੇ ਪਾਸੇ ਆਵਾਂਗੇ ਠੀਕ ਹੈ। ਫਿਰ ਆਪਾਂ Y एक्सिस ਦੇ ਪੈरेलल ਜਦੋਂ ਉੱਪਰ ਨੂੰ ਜਾਵਾਂਗੇ ਤੇ ਫਿਰ ਆਪਾਂ ਉਸ P ਪੁਆਇੰਟ ਦੇ ਉੱਤੇ ਪਹੁੰਚ ਜਾਵਾਂਗੇ ਠੀਕ ਹੈ। ਸੋ X एक्सिस Y एक्सिस ਤੇ ਤੀਸਰੀ ਆਪਣੇ ਕੋ Z एक्सिस। ਸੋ ਤਿੰਨਾਂ एक्सिस ਦੇ ਅਲੋਂਗ ਆਪਾਂ ਕਿੰਨਾ ਕਿੰਨਾ ਡਿਸਟੈਂਸ ਮੂਵ ਕੀਤਾ X एक्सिस ਦੇ ਅਲੋਂਗ X ਡਿਸਟੈਂਸ ਮੂਵ ਕੀਤਾ। सो दा एक्स एक्सिस दे अलोंग कोआर्डीनेट आ गया वाई एक्सिस दे अलोंग जिहड़ा आपां जिन्ना डिस्टेंस मूव कीता वो अपने को वाई कोआर्डीनेट आ गया ठीक है। ते जेड एक्सिस दे अलोंग जिन्ना मूव कीता वो अपने को की आ गया जेड कोआर्डीनेट आ गया ठीक है। सो कोआर्डीनेट्स अपने को की आ गए पोजीशन ऑफ द पार्टिकल दे एक्स वाई जेड इन्हां नूं की कहने आपां कोआर्डीनेट्स कह दिंदे आ ठीक है। स्टूडेंट्स समझ लग गई इहदी। हुण देखो अपने को मोशन जिहड़ी आ उहनूं वन डिमेंशन दी कदों कहने मोशन इन वन डिमेंशन। सो कोई भी ऑब्जेक्ट ओहदी मोशन नूं आपां वन डिमेंशनल मोशन उदों कहने आ जदों उहनूं इक्को कोआर्डीनेट चाहीदा आ अपनी पोजीशन नूं रिप्रजेंट करन वास्ते ठीक है। if only one coordinates is required to specify the position of the object then the motion of the object is said to be one dimensional motion। so ਉਹਦੀ motion ਨੂੰ ਆਪਾਂ ਕੀ ਕਵਾਂਗੇ one dimensional motion ਕਵਾਂਗੇ। for example a train running on the railway track ਕੋਈ train ਜਿਹੜੀ ਕੀ ਆ ਉਹ ਆਪਣੇ ਕੋ ਰੇਲਵੇ ਟਰੈਕ ਦੇ ਉੱਤੇ ਜਾ ਰਹੀ ਆ ਠੀਕ ਹੈ। ਉਹਨੂੰ ਉਹ ਆਪਣੇ ਕੋ motion ਕਿਹੜੀ ਹੋਗੀ one dimensional motion ਹੋਗੀ ਠੀਕ ਹੈ। ਰੇਲਵੇ ਟਰੈਕ ਦੇ ਉੱਤੇ ਕੋਈ ਜਿਹੜੀ ਟ੍ਰੇਨ ਜਾ ਰਹੀ ਆ ਉਹ ਮੋਸ਼ਨ ਉਹਦੀ ਕਿਹੜੀ ਹੋਗੀ वन dimensional motion ਹੋਗੀ ਠੀਕ ਹੈ। ਸੈਕਿੰਡ ਆਪਣੇ ਕੋ ਆਉਂਦੀ ਆ motion in two dimensions। ਦੋ ਡਾਈਮੈਂਸ਼ਨਸ ਦੇ ਵਿੱਚ ਮੋਸ਼ਨ ਜਿਹੜੀ ਆ ਕਦੋਂ ਹੋਊਗੀ ਠੀਕ। if two coordinates ਦੋ ਕੋਆਰਡੀਨੇਟ ਇੱਕ x axis ਦੇ ਅਲੋਂਗ ਇੱਕ y axis ਦੇ ਅਲੋਂਗ if two coordinates are required to specify the position of the object then the motion of the object is said to be two dimensional motion। ਜੇ ਦੋ ਕੋਆਰਡੀਨੇਟਸ ਚਾਹੀਦੇ ਆ ਆਬਜੈਕਟ ਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ ਇਟ ਮੀਨਸ ਆਪਣੇ ਕੋ ਆਬਜੈਕਟ ਦੀ ਜਿਹੜੀ ਆ ਮੋਸ਼ਨ ਕਿੰਨੀ ਡਾਈਮੈਂਸ਼ਨ ਵਿੱਚ ਹੋਊਗੀ ਟੂ ਡਾਈਮੈਂਸ਼ਨਸ ਦੇ ਵਿੱਚ ਹੋਊਗੀ ਠੀਕ ਹੈ। ਫॉर एग्जांपल a car running on the road ਠੀਕ ਹੈ। ਕਾਰ ਜਿਹੜੀ ਕੀ ਆ ਰੋਡ ਦੇ ਉੱਤੇ ਜਾ ਰਹੀ ਆ ਤੇ ਆਪਾਂ ਕਹਿ ਦਿੰਨੇ ਆ ਵੀ ਆਪਣੇ ਕੋ ਇਹ ਜਿਹੜੀ ਕਾਰ ਦੀ ਮੋਸ਼ਨ ਕੀ ਆ ਟੂ ਡਾਈਮੈਂਸ਼ਨਲ ਮੋਸ਼ਨ ਹੈਗੀ ਆ ਠੀਕ ਹੈ। ਓਕੇ ਆ ਬਾਲ ਰੋਲਿੰਗ ਔਨ ਦਾ ਟੇਬਲ ਦੇ ਉੱਤੇ ਰੋਲ ਕਰ ਰਹੀ ਆ ਠੀਕ ਹੈ ਮੂਵ ਕਰ ਰਹੀ ਆ ਇਹਦਾ ਮਤਲਬ ਉਹਦੀ ਮੋਸ਼ਨ ਬਾਲ ਦੀ ਕਿਹੜੀ ਹੋਊਗੀ ਟੂ ਡਾਈਮੈਂਸ਼ਨਲ ਮੋਸ਼ਨ ਹੋਊਗੀ ਠੀਕ ਹੈ। ਐਨ ਇਨਸੈਕਟ ਮੂਵਿੰਗ ਔਨ ਦਾ ਗਰਾਊਂਡ ਉਹ ਵੀ ਜਿਹੜਾ ਕੀ ਆ ਆਪਣੇ ਕੋ ਕੀ ਹੋਊਗੀ ਟੂ ਡਾਈਮੈਂਸ਼ਨਲ ਮੋਸ਼ਨ ਹੋਊਗੀ ਠੀਕ ਹੈ ਸਟੂਡੈਂਟਸ। ਸੋ ਇਹ ਆਪਣੇ ਕੋ ਟੂ ਡਾਈਮੈਂਸ਼ਨਸ ਦੀਆਂ ਐਗਜ਼ਾਮਪਲਸ ਆ ਜਾਂਦੀਆਂ। ਨੈਕਸਟ ਅੱਗੇ ਜਿਹੜੀ ਆਪਣੇ ਕੋ ਮੋਸ਼ਨ ਇਨ ਥ੍ਰੀ ਡਾਈਮੈਂਸ਼ਨਸ ਮੋਸ਼ਨ ਇਨ ਥ੍ਰੀ ਡਾਈਮੈਂਸ਼ਨਸ ਤਿੰਨ ਡਾਈਮੈਂਸ਼ਨਸ ਦੇ ਵਿੱਚ ਮੋਸ਼ਨ ਕਦੋਂ ਹੋਊਗੀ ਵੀ ਜੇ ਤਿੰਨ ਕੋਆਰਡੀਨੇਟਸ ਜਿਹੜੇ ਚਾਹੀਦੇ ਆ ਆਬਜੈਕਟ ਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਤੇ ਫਿਰ ਆਪਾਂ ਕਹਿੰਦੇ ਆ ਵੀ ਆਬਜੈਕਟ ਦੀ ਮੋਸ਼ਨ ਕਿਹੜੀ ਹੈਗੀ ਆ ਥ੍ਰੀ ਡਾਈਮੈਂਸ਼ਨਲ ਮੋਸ਼ਨ ਠੀਕ ਹੈ। ਸੋ ਇਫ three coordinates are required to specify the position of the object then the motion of the object is said to be three dimensional motion ठीक है स्टूडेंट्स समझ लग गई। सो ये अपने को ਇਹਦੀਆਂ एग्जांपल्स की आ जाणगीਆਂ
ਇਹਦੀਆਂ एग्जांपल्स जिस तरह ए फ्लाइंग बर्ड, ठीक है, फ्लाइंग बर्ड, फ्लाइंग एरोप्लेन, ठीक है। फिर रैंडम मोशन ऑफ द गैस मोलिक्यूल्स, रैंडम मोशन ऑफ गैस मोलिक्यूल्स, ठीक है। गैस ਦੇ ਮੋਲੀਕਿਊਲਸ ਹੁੰਦੇ ਨਾ, ਉਹ ਆਪਣੇ ਕੋ ਸਿਲੰਡਰ ਦੇ ਵਿੱਚ ਮੂਵ ਕਰਦੇ ਰਹਿੰਦੇ ਇੱਧਰ ਉੱਧਰ, ਠੀਕ ਹੈ। ਰੈਂਡਮ ਮਤਲਬ ਇੱਧਰ ਉੱਧਰ ਜਿਹੜਾ ਮੂਵਮੈਂਟ ਉਹਨਾਂ ਦੀ ਹੁੰਦੀ ਰਹਿੰਦੀ ਹੈ, ਕੋਈ ਸਪੈਸੀਫਿਕ ਡਾਇਰੈਕਸ਼ਨ ਨਹੀਂ ਹੁੰਦੀ, ਉਹੋ ਜੀ ਮੋਸ਼ਨ ਨੂੰ ਆਪਾਂ ਕਹਿ ਦਿੰਦੇ ਆ ਰੈਂਡਮ ਮੋਸ਼ਨ ਜਿਹੜੀ ਆ ਉਹ ਹੈਗੀ ਆ, ਠੀਕ ਹੈ ਸਟੂਡੈਂਟ। ਸੋ ਇਹ ਆਪਣੇ ਕੋ ਜਿਹੜੀਆਂ ਆਬਜੈਕਟਸ ਦੀਆਂ ਜਿਹੜੀਆਂ ਮੋਸ਼ਨ ਹੋਣਗੀਆਂ ਉਹ ਕੀ ਹੋਣਗੀਆਂ, 3 ਡਾਇਮੈਂਸ਼ਨਲ ਮੋਸ਼ਨ ਹੋਣਗੀਆਂ, ਠੀਕ ਹੈ ਸਟੂडेंट्स। मैनू उम्मीद है कि तुहानू अज का लैक्चर जरूर समझ लगा होगा। जे तुहानू मेरे लैक्चर समझ लग रहे हैं प्लीज़ लाइक ते सबसक्राइब जरूर करियो। थैंक यू वेरी मच।